ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸ ਕਿਰਪਾਨ ਖੰਡੋ ਖੜਗ, ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸਹਿਥੀ, ਯਹ ਹਮਾਰੇ ਪੀਰ। ਧਨ ਜਿਉ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਦੇਹ ਅਨਿਤ ਨ ਨਿਤ ਰਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਧੀਰਜ ਧਾਮ ਬਨਾਏ ਇਹੈ ਤਨ, ਬੁੱਧ ਸੋ ਦੀਪਕ ਜਿਉ ਉਜਿਆਰੈ। ਗਿਆਨਹਿ ਕੀ ਬਢਨੀ ਮਨਹੁ ਹਾਥ ਲੈ, ਕਾਤੁਰਤਾ ਕੁਤਵਾਰ ਬੁਹਾਰੈ। ਕਹਾਂ ਤੁਸ਼ ਪ੍ਰਭ ਬੁੱਧ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ ਤੇ ਬਿਰਾਜਮਾਨ, ਰਾਜਾਨ ਰਾਜ ਪਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਗੁਰ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਚੇਤ ਬਦੀ ਇੱਕ ਨੂੰ ਸਮੁੱਚਾ ਪੰਥ ਖਾਲਸਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਕਾਇਮ ਕੀਤੀ ਮਰਿਆਦਾ ਅਨੁਸਾਰ ਹੋਲਾ ਮਹੱਲਾ ਮਨਾ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਚੇਤਵਦੀ ਇੱਕ ਬਿਕਰਮੀ ਸੰਮਤ 1757 ਨੂੰ ਹੋਲਾ ਮਹੱਲਾ ਮਨਾਉਣ ਦੀ ਮਰਿਆਦਾ ਆਪਣੇ ਪੰਥ ਖਾਲਸੇ ਨੂੰ ਦਿੱਤੀ। ਇਸ ਦੇਸ਼ ਦੇ ਵਿੱਚ ਹੋਲੀ ਮਨਾਈ ਜਾਂਦੀ ਸੀ। ਮਹਾਰਾਜ ਨੇ ਕਿਹਾ ਖਾਲਸਾ ਨਿਆਰਾ ਹੈ, ਵਿਲੱਖਣ ਹੈ, ਇਹ ਹੋਲਾ ਮਹੱਲਾ ਮਨਾਵੇਗਾ। ਤੋ ਇਹ ਰੀਤ ਮਰਿਆਦਾ ਹੋਲੇ ਮਹੱਲੇ ਦੀ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ੀ ਹੈ ਔਰ ਇਹ ਸਾਡਾ ਕੌਮੀ ਤਿਉਹਾਰ ਹੈ, ਸ਼ਸਤਰਾਂ ਦਾ ਤਿਉਹਾਰ ਹੈ।
ਜਿੱਥੇ ਮੇਰੇ ਸਤਿਗੁਰੂ ਨੇ ਸਾਨੂੰ ਸ਼ਾਸਤਰ ਦੇ ਨਾਲ ਜੋੜਿਆ, ਸ਼ਾਸਤਰ ਗਿਆਨ ਬਖਸ਼ਿਆ, ਉੱਥੇ ਹਜੂਰ ਨੇ ਨਾਲ ਸ਼ਸਤਰ ਵੀ ਦਿੱਤੇ। ਹੋਲੀ ਤਾਂ ਬਹੁਤ ਪੁਰਾਣੇ ਸਮੇਂ ਤੋਂ ਇਸ ਦੇਸ਼ ਦੇ ਵਿੱਚ ਮਨਾਈ ਜਾਂਦੀ ਰਹੀ ਹੈ। ਹੋਲੀ ਕਿਉਂ ਮਨਾਈ ਜਾਂਦੀ ਹੈ, ਉਹ ਸੰਖੇਪ ਜੀ ਵਿਚਾਰ ਇਸ ਤਰ੍ਹਾਂ ਹੈ। ਹਰਨਾਕਸ਼ ਦੇ ਘਰ ਦੇ ਵਿੱਚ ਪਰਮਾਤਮਾ ਦਾ ਪਿਆਰਾ ਭਗਤ ਪ੍ਰਹਿਲਾਦ ਪੈਦਾ ਹੋਇਆ। ਭਾਈ ਗੁਰਦਾਸ ਜੀ ਨੇ ਕਿਹਾ, ਵੇਖੋ ਨਿਰੰਕਾਰ ਦੀ ਖੇਡ, ਕਦੇ ਕੱਲਰ ਦੇ ਵਿੱਚ ਕੌਲ ਫੁੱਲ ਪੈਦਾ ਨਹੀਂ ਹੁੰਦਾ, ਪਰ ਇੱਕ ਦੈਂਤ ਦੇ ਹਰਨਾਕਸ਼ ਦੇ ਘਰ ਦੇ ਵਿੱਚ ਭਗਤ ਪੈਦਾ ਕੀਤਾ ਪਰਮਾਤਮਾ ਨੇ। ਘਰ ਹਰਨਾਕਸ਼ ਦੈਤ ਦੇ, ਕੱਲਰ ਕਵਲ ਭਗਤ ਪ੍ਰਹਿਲਾਦ। ਹਰਨਾਕਸ਼ ਸਾਰਿਆਂ ਦੇ ਤਾਈਂ ਆਪਣਾ ਨਾਮ ਜਪਾਉਂਦਾ ਸੀ, ਹੁਕਮ ਮਨਵਾਉਂਦਾ ਸੀ, ਪਰ ਪ੍ਰਹਿਲਾਦ ਨੇ ਪਰਮਾਤਮਾ ਦਾ ਨਾਮ ਜਪਿਆ। ਹਰਨਾਕਸ਼ ਖਿਝ ਗਿਆ। ਇੱਥੋਂ ਤੱਕ ਦੈਂਤਾਂ ਦੇ ਗੁਰੂ ਕੋਲ ਉਹਨਾਂ ਨੇ ਜਿਹੜੇ ਉਸਤਾਦ ਸਨ ਪੜ੍ਹਨੇ ਵੀ ਪਾਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਸ ਕਥਾ ਦਾ ਜ਼ਿਕਰ ਹੈ। ਸੰਡਾ ਮਰਕਾ ਜਾਏ ਪੁਕਾਰੈ, ਪੜ੍ਹੇ ਨਹੀਂ ਹਮ ਹੀ ਪਚਹਾਰੈ। ਰਾਮ ਕਹੇ ਕਰਤਾਲ ਬਜਾਵੈ, ਚਟਿਆ ਸਭੈ ਬਿਗਾਰੈ। ਇਹ ਆਪ ਨਾਮ ਜਪਦਾ ਹੈ ਪਰਮਾਤਮਾ ਦਾ ਤੇ ਹੋਰਾਂ ਨੂੰ ਜਪਾਉਂਦਾ ਹੈ। ਇਹ ਸੰਡੇ ਤੇ ਮਰਕੇ ਨੇ ਹਰਨਾਕਸ਼ ਨੂੰ ਆ ਕੇ ਕਿਹਾ, ਰਾਮ ਨਾਮਾ ਜਪਵੋ ਕਰੈ, ਹਿਰਦੈ ਹਰ ਜੀ ਕੋ ਸਿਮਰਨ ਧਰੈ। ਬਸਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ। ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿਨ ਤੋ ਔਰੈ ਠਾਨੀ। ਪ੍ਰਹਿਲਾਦ ਨੂੰ ਖਤਮ ਕਰਨ ਵਾਸਤੇ ਹਰਨਾਕਸ਼ ਨੇ ਬਹੁਤ ਜ਼ਿਆਦਾ ਯਤਨ ਕੀਤੇ। ਕਦੇ ਪੱਥਰ ਬੰਨ੍ਹ ਕੇ ਪਾਣੀ ਵਿੱਚ ਸੁੱਟਿਆ ਗਿਆ, ਪਾਣੀ 'ਚ ਡੁਬੋ ਕੇ ਮਾਰਨ ਦਾ ਯਤਨ ਕੀਤਾ ਗਿਆ। ਕਈ ਤਰ੍ਹਾਂ ਦੀਆਂ ਸਜ਼ਾਵਾਂ ਹਰਨਾਕਸ਼ ਨੇ ਦਿੱਤੀਆਂ, ਪਰ ਪਰਮਾਤਮਾ ਨੇ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ। ਗੁਰਬਾਣੀ ਦੇ ਬਚਨ ਹਨ, ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਗਿਰ ਪਹਾੜ ਤੋਂ ਸੁੱਟਿਆ ਗਿਆ ਹੇਠਾਂ, ਪਾਣੀ ਵਿੱਚ ਡੁਬੋਣ ਦਾ ਯਤਨ ਕੀਤਾ ਗਿਆ, ਜਵਾਲਾ ਅੱਗ ਵਿੱਚ ਸਾੜਨ ਦਾ ਯਤਨ ਕੀਤਾ ਗਿਆ। ਭਗਤ ਪ੍ਰਹਿਲਾਦ ਦੀ ਇੱਕ ਭੂਆ ਸੀ ਜਿਹਦਾ ਨਾਮ ਹੋਲਕਾ, ਜਿਸ ਨੂੰ ਢੁੰਡਾ ਵੀ ਕਹਿੰਦੇ ਸਨ। ਭਗਤ ਪ੍ਰਹਿਲਾਦ ਨੂੰ ਸਾੜਨ ਦੀ ਨੀਤ ਦੇ ਨਾਲ ਇਹ ਅੱਗ ਦੇ ਵਿੱਚ ਬੈਠ ਗਈ। ਪਰਮੇਸ਼ਰ ਦੀ ਕਿਰਪਾ ਹੋਈ, ਭਗਤ ਪ੍ਰਹਿਲਾਦ ਤਾਂ ਬਚ ਗਿਆ, ਪਰ ਜਿਹੜੀ ਹੋਲਕਾ ਸੀ ਉਹ ਸੜ ਕੇ ਸੁਆਹ ਹੋ ਗਈ। ਪ੍ਰਹਿਲਾਦ ਦੀ ਜਿੱਤ ਹੋਈ, ਜੈ ਜੈਕਾਰ ਹੋਈ। ਪਰਮਾਤਮਾ ਨੇ ਆਪ ਆਪਣੇ ਪਿਆਰੇ ਦੀ ਰੱਖਿਆ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬਚਨ, ਰਾਜਾ ਰਾਮ ਮਾਇਆ ਫੇਰੀ। ਵੀ ਇਹ ਜਿੰਨੇ ਤੱਤ ਨੇ ਸਾਰੇ ਪਰਮਾਤਮਾ ਦੇ ਹੁਕਮ ਵਿੱਚ ਹਨ, ਉਹਦੇ ਭੈ ਵਿੱਚ ਹਨ। ਨਿਰੰਕਾਰ ਚਾਵੇ ਆਪਣੇ ਪਿਆਰਿਆਂ ਦੀ ਰੱਖਿਆ ਵਾਸਤੇ ਇਹਨਾਂ ਤੱਤਾਂ ਦੇ ਸੁਭਾਅ ਵੀ ਬਦਲ ਦਿੰਦਾ ਹੈ। ਅੱਗ ਨੇ ਪ੍ਰਹਿਲਾਦ ਨੂੰ ਸਾੜਿਆ ਨਹੀਂ, ਹੋਲਕਾਂ ਸੜ ਕੇ ਸੁਆਹ ਹੋਈ। ਉਦੋਂ ਤੋਂ ਇਸ ਦੇਸ਼ ਦੇ ਵਿੱਚ ਹੋਲਕਾਂ ਦਾ ਦਹਨ ਕੀਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਚਨ ਹਨ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਪ੍ਰਹਿਲਾਦ ਤਰ ਗਿਆ। ਅਖੀਰ ਪ੍ਰਹਿਲਾਦ ਨੂੰ ਮਾਰਨ ਵਾਸਤੇ ਇੱਕ ਥੰਮ ਤਪਾਇਆ ਗਿਆ। ਭਗਤ ਪ੍ਰਹਿਲਾਦ ਨੂੰ ਜਦੋਂ ਪੁੱਛਿਆ ਹਰਨਾਕਸ਼ ਨੇ ਵੀ ਜਿਸ ਪਰਮਾਤਮਾ ਦੀ ਰਾਮ ਦੀ ਤੂੰ ਦੁਹਾਈ ਦੇਣਾ ਹੈ, ਉਹ ਕਿੱਥੇ ਕਿੱਥੇ ਹੈ, ਤਾਂ ਭਗਤ ਪ੍ਰਹਿਲਾਦ ਨੇ ਕਿਹਾ ਉਹ ਸਾਰੀਆਂ ਥਾਵਾਂ 'ਤੇ ਹੈ। ਕਹਿੰਦਾ ਇਸ ਥੰਮ ਦੇ ਵਿੱਚ ਵੀ, ਭਗਤ ਪ੍ਰਹਿਲਾਦ ਕਹਿੰਦਾ ਹਾਂ ਇਸ ਥੰਮ ਦੇ ਵਿੱਚ ਵੀ ਉਹ ਮੇਰੀ ਰੱਖਿਆ ਕਰਨ ਵਾਲਾ ਹੈ। ਅਤੇ ਪ੍ਰਹਿਲਾਦ ਨੂੰ ਮਾਰਨ ਵਾਸਤੇ ਹਰਨਾਕਸ਼ ਨੇ ਜਦੋਂ ਮਿਆਨ ਦੇ ਵਿੱਚੋਂ ਤਲਵਾਰ ਕੱਢੀ ਹੈ,
ਕਹਿੰਦਾ ਵੇਖਦਾ ਹਾਂ ਹੁਣ ਤੇਰਾ ਰਾਮ ਤੈਨੂੰ ਬਚਾਉਂਦਾ ਹੈ। ਜਦੋਂ ਉਹਨੇ ਤਲਵਾਰ ਮਿਆਨ 'ਚੋਂ ਬਾਹਰ ਕੱਢੀ, ਉਹ ਤਪਦਾ ਹੋਇਆ ਥੰਮ ਪਾਟਿਆ। ਉਸ ਥੰਮ ਦੇ ਵਿੱਚੋਂ ਪਰਮਾਤਮਾ ਨਰਸਿੰਘ ਰੂਪ ਹੋ ਕਰਕੇ ਪ੍ਰਗਟ ਹੋਏ। ਧੜ ਬੰਦੇ ਦਾ ਸੀ, ਸਿਰ ਸ਼ੇਰ ਦਾ ਸੀ, ਅਤੇ ਹਰਨਾਕਸ਼ ਨੂੰ ਫੜ ਕੇ ਨਰਸਿੰਘ ਜੀ ਨੇ ਇਹ ਸ਼ਬਦ ਕਹੇ, ਐ ਹਰਨਾਕਸ਼, ਜਿਹੜੇ ਜਿਹੜੇ ਵਰ ਤੂੰ ਮੰਗੇ ਸੀ ਤੇਰੇ ਸਾਰੇ ਵਰ ਪੂਰੇ ਕੀਤੇ ਹੈ। ਕਿਉਂਕਿ ਇਹਨੇ ਵਰ ਮੰਗੇ ਹੋਏ ਸੀ ਬ੍ਰਹਮੇ ਤੋਂ, ਮੈਂ ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਕੋਈ ਮੈਨੂੰ ਅਸ਼ਤਰ ਦੇ ਨਾਲ ਮਾਰੇ ਨਾ ਕੋਈ ਸ਼ਸਤਰ ਦੇ ਨਾਲ ਮਾਰੇ। 84 ਲੱਖ ਜੂਨ ਦੇ ਵਿੱਚੋਂ ਕੋਈ ਵੀ ਜੀਵ ਮੈਨੂੰ ਮਾਰ ਨਾ ਸਕੇ। ਨਰਸਿੰਘ ਨੇ ਕਿਹਾ ਤੂੰ ਇੱਕ ਭਗਤ ਨੂੰ ਮਾਰਨ ਦੇ ਯਤਨ ਕਰਦਾ ਹੈ, ਭਗਤ ਦੀ ਰੱਖਿਆ ਮੈਂ ਆਪ ਕਰਦਾ ਹਾਂ। ਹਰਨਾਕਸ਼ ਦੁਸ਼ਟ ਨੂੰ ਫੜ ਕੇ ਨਰਸਿੰਘ ਨੇ ਆਪਣੇ ਗੋਡਿਆਂ ਦੇ ਉੱਤੇ ਰੱਖ ਲਿਆ। ਕਹਿਣ ਲੱਗੇ ਵੇਖ, ਹੁਣ ਨਾ ਤੂੰ ਜ਼ਮੀਨ 'ਤੇ ਹੈ ਨਾ ਆਸਮਾਨ ਦੇ ਵਿੱਚ ਹੈ, ਤੂੰ ਮੇਰੇ ਗੋਡਿਆਂ 'ਤੇ ਹੈ। ਦਰਵਾਜ਼ੇ ਦੇ ਵਿੱਚ ਕਹਿੰਦੇ ਵੇਖ, ਨਾ ਤੂੰ ਅੰਦਰ ਹੈ ਨਾ ਤੂੰ ਬਾਹਰ ਹੈ। ਦਿਨ ਛਿਪਦਾ ਪਿਆ ਹੈ, ਨਾ ਦਿਨ ਹੈ ਨਾ ਰਾਤ ਹੈ। ਵੇਖ, 84 ਲੱਖ ਜੂਨ ਦੇ ਵਿੱਚੋਂ ਇਹ ਕੋਈ ਜੂਨ ਨਹੀਂ ਜਿਹੜੀ ਮੈਂ ਧਾਰਨ ਕੀਤੀ ਹੈ। ਅਤੇ ਤੂੰ ਕਿਹਾ ਸੀ ਨਾ ਸ਼ਸਤਰ ਦੇ ਨਾਲ ਮਰਾਂ ਨਾ ਅਸ਼ਤਰ ਦੇ ਨਾਲ, ਤੱਕ ਇਹ ਜਿਹੜੇ 9 ਨੇ ਇਹ ਨਾ ਸ਼ਸਤਰ ਵਿੱਚ ਆਉਂਦੇ ਨੇ ਨਾ ਅਸਤਰ ਵਿੱਚ ਆਉਂਦੇ ਨੇ। ਸ਼ਸਤਰ ਕਹਿੰਦੇ ਜਿਹੜੇ ਹੱਥ ਵਿੱਚ ਫੜ ਕੇ ਚਲਾਏ ਜਾਂਦੇ ਆ, ਜਿਵੇਂ ਤਲਵਾਰ ਹੈ, ਔਰ ਅਸਤਰ ਕਹਿੰਦੇ ਜਿਹੜੇ ਦੂਰੋਂ ਚਲਾਏ ਜਾਂਦੇ ਆ, ਜਿਵੇਂ ਤੀਰ ਅਤੇ ਗੋਲੀ। ਪਰਮਾਤਮਾ ਨੇ ਨਰਸਿੰਘ ਰੂਪ ਨੇ ਕਿਹਾ, ਐ ਹਰਨਾਕਸ਼, ਇਹ 9 ਨਾ ਸ਼ਸਤਰਾਂ ਵਿੱਚ ਆਉਂਦੇ ਨਾ ਅਸਤਰਾਂ ਦੇ ਵਿੱਚ ਆਉਂਦੇ ਹੈ, ਤੇਰੇ ਵਰ ਵੀ ਸਾਰੇ ਪੂਰੇ ਕੀਤੇ ਹੈ। ਉਸੇ ਵੇਲੇ ਆਪਣੇ 9 ਦੇ ਨਾਲ ਹਰਨਾਕਸ਼ ਨੂੰ ਪਾੜ ਕੇ ਰੱਖ ਦਿੱਤਾ ਅਤੇ ਹਰਨਾਕਸ਼ ਦੁਸ਼ਟ ਦਾ ਅੰਤ ਕਰ ਦਿੱਤਾ। ਹਰਨਾਕਸ਼ ਜਿਨ ਨਖਹਿ ਬਿਦਾਰਿਓ, ਸੁਰ ਨਰ ਕੀਏ ਸਨਾਥਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨੇ ਬਹੁਤ ਥਾਵਾਂ 'ਤੇ ਪ੍ਰਹਿਲਾਦ ਦੀ ਇਸ ਕਥਾ ਦਾ ਜ਼ਿਕਰ ਕੀਤਾ ਹੈ। ਪਰਮਾਤਮਾ ਨੇ ਭਗਤ ਦੀ ਰੱਖਿਆ ਲਈ ਆਪਣੇ 9 ਨੂੰ ਸ਼ਸਤਰ ਬਣਾ ਲਿਆ, ਕਿਉਂਕਿ ਦੁਸ਼ਟ ਨੂੰ ਖਪਾਉਣ ਦੇ ਵਾਸਤੇ ਪਰਮਾਤਮਾ ਨੂੰ ਵੀ ਅੱਜ ਦੇ ਦਿਨ ਸ਼ਸਤਰ ਚੁੱਕਣ ਦੀ ਲੋੜ ਪੈ ਗਈ, ਕਿਉਂਕਿ ਤਾਕਤ ਵਾਲਾ ਤਾਕਤ ਦੇ ਨਾਲ ਹੀ ਮੰਨੇਗਾ। ਸਮਾਂ ਆਪਣੀ ਚਾਲ ਚੱਲਦਾ ਰਿਹਾ, ਲੋਕ ਹੋਲਕਾ ਦਹਨ ਕਰਦੇ ਰਹੇ। ਜੈ ਜੈਕਾਰ ਕਰਨੀ ਚਾਹੀਦੀ ਸੀ ਭਗਤ ਪ੍ਰਹਿਲਾਦ ਦੀ, ਪਰਮੇਸ਼ਰ ਦੇ ਪਿਆਰੇ ਦੀ, ਪਰ ਲੋਕ ਹੋਲਕਾਂ ਦੀ ਜੈ ਜੈਕਾਰ ਕਰਨ ਲੱਗ ਪਏ, ਜਿਹੜੀ ਪ੍ਰਹਿਲਾਦ ਨੂੰ ਸਾੜਨ ਦੀ ਨੀਤੀ ਦੇ ਨਾਲ ਬੈਠੀ ਸੀ। ਐਸਤਾ ਰੰਗ ਪਾਉਣ ਲੱਗ ਪਏ ਲੋਕ। ਗੁਰੂ ਪਾਤਸ਼ਾਹ ਵੇਲੇ ਇਹ ਹੋਲੀ ਮਨਾਈ ਜਾਂਦੀ ਸੀ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਦਾ ਅੰਮ੍ਰਿਤ ਬਾਣੀ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਹਾਂ ਮੈਂ ਵੀ ਹੋਲੀ ਮਨਾਉਂਦਾ ਹਾਂ, ਪਰ ਕਿਵੇਂ? ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਆਜ ਹਮਾਰੇ ਬਨੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਮੈਂ ਹੋਲੀ ਇਸ ਤਰ੍ਹਾਂ ਮਨਾਈ ਪਰਮੇਸ਼ਰ ਦੇ ਪਿਆਰੇ ਸੰਤਾਂ ਦੀ ਸੇਵਾ ਕਰਕੇ। ਰੰਗ ਲਾਗਾ ਅਤ ਲਾਲ ਦੇਵ, ਪ੍ਰਕਾਸ਼ ਰੂਪ ਪਰਮਾਤਮਾ ਦੇ ਪਿਆਰ ਦਾ ਰੰਗ ਮੇਰੇ ਮਨ ਨੂੰ ਲੱਗ ਗਿਆ ਹੈ। ਇਹ ਹੈ ਮੇਰੀ ਹੋਲੀ, ਅਤੇ ਐਸੀ ਹੋਲੀ ਨੂੰ ਤੁਸੀਂ ਵੀ ਮਨਾਓ, ਤੁਸੀਂ ਵੀ ਖੇਡੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਪਿਆਰ ਦੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗਣ ਦਾ ਉਪਦੇਸ਼ ਦਿੱਤਾ ਹੈ। ਮਹਾਰਾਜ ਕਹਿੰਦੇ ਤੂੰ ਮਜੀਠ ਦੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਧੂੜ ਤਿਨਾ ਕੀ ਜੇ ਮਿਲੈ, ਜੀ ਕਹੋ ਨਾਨਕ ਕੀ ਅਰਦਾਸ। ਆਪਣੇ ਆਪ ਨੂੰ ਰੰਗ। ਜਾ ਕਉ ਹਰ ਰੰਗ ਲਾਗੋ, ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ। ਸਹਿਜ ਸਮਾਵਨ ਸੰਗ,
जन के चरण वसह मेरे हीरै संग पुनीता देही। जन की धूर देहो कृपा निध नानक कै सुख एही। बाणी पढ़ो लाल चोलना तै तन सोहया सुरजन भानी तां मन मोहया। कवन बनीरी तेरी लाली कवन रंग तूं भई गुलाली। एक सखी ने दूजी ਨੂੰ ਪੁੱਛਿਆ ਤੇਰੇ ਇਸ ਸੂਹੇਪਨ ਦਾ ਕਾਰਨ ਕੀ ਹੈ, ਕਿਵੇਂ ਰੰਗੀ ਗਈ ਹੈ? ਤਾਂ ਉਹਨੇ ਕਿਹਾ ਵੀ ਮਾਲਕ ਪਰਮਾਤਮਾ ਨੇ ਕਿਰਪਾ ਕੀਤੀ ਹੈ। ਸੁੰਦਰੀ ਸਖੀ ਇਹ ਹਮਰੀ ਘਾਲ ਪ੍ਰਭ ਆਪ ਸੀਗਾਰ ਸਵਾਰਨਹਾਰ। ਸੋ ਮਾਲਕ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ, ਸਤਿਗੁਰੂ ਸਾਨੂੰ ਪ੍ਰੇਮ ਦਾ ਰੰਗ ਚੜ੍ਹਾਓ, ਤੁਹਾਡੇ ਪਿਆਰ ਦੇ ਵਿੱਚ ਅਸੀਂ ਸਦਾ ਭਿੱਜੇ ਰਹੀਏ। ਸੋ ਗੁਰੂ ਪਾਤਸ਼ਾਹ ਵੇਲੇ ਹੋਲੀ ਮਨਾਈ ਜਾਂਦੀ ਸੀ। ਮੇਰੇ ਸਤਿਗੁਰੂ ਨੇ ਕਿਹਾ ਖਾਲਸਾ ਹੋਲਾ ਮਹੱਲਾ ਮਨਾਏਗਾ। ਗੁਰੂ ਨਾਨਕ ਸਾਹਿਬ ਤੋਂ ਜੇ ਅਸੀਂ ਗੱਲ ਕਰੀਏ 10 ਜਾਮੇ ਸਰੀਰਕ ਧਾਰੇ ਨੇ ਮੇਰੇ ਸਤਿਗੁਰੂ ਨੇ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਜਿੱਥੇ ਸਤਿਗੁਰੂ ਨੇ ਸ਼ਾਸਤਰ ਦੀ ਦਾਤ ਬਖਸ਼ੀ ਉੱਥੇ ਸ਼ਸਤਰ ਦਿੱਤੇ। ਕਿਉਂਕਿ ਜ਼ੁਲਮ ਕਰਨ ਵਾਲੇ ਦੇ ਕੋਲ ਜੇ ਸ਼ਸਤਰ ਹਨ ਤਾਂ ਤੁਸੀਂ ਉਸ ਦੇ ਜ਼ੁਲਮ ਨੂੰ ਸ਼ਸਤਰ ਦੇ ਨਾਲ ਹੀ ਰੋਕ ਸਕਦੇ ਹੋ। ਲੋਹੇ ਨੂੰ ਲੋਹਾ ਹੀ ਕੱਟਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਸੀਂ ਪੜ੍ਹਦੇ ਹਾਂ। ਸਤਿਗੁਰੂ ਏਮਨਾਬਾਦ ਗਏ ਭਾਈ ਲਾਲੋ ਦੇ ਕੋਲ। ਏਮਨਾਬਾਦ ਦੇ ਉੱਤੇ ਬਾਬਰ ਨੇ ਹਮਲਾ ਕੀਤਾ ਤੇ ਜਿਹੜੇ ਏਮਨਾਬਾਦ ਦੇ ਲੋਕ ਸਨ, ਪਠਾਨ ਸਨ, ਹੋਰ ਲੋਕ ਰਹਿਣ ਵਾਲੇ, ਉੱਥੇ ਪੀਰਾਂ ਦੀ ਬਹੁਤਾਤ ਸੀ। ਪੀਰਾਂ ਨੂੰ ਮੰਨਦੇ ਸੀ ਤੇ ਪੀਰਾਂ ਨੇ ਕਿਹਾ ਏਮਨਾਬਾਦ ਦੇ ਲੋਕਾਂ ਨੂੰ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ। ਅਸੀਂ ਮੰਤਰ ਪੜ੍ਹਨੇ ਹੈ। ਜਿਹੜਾ ਬਾਬਰ ਸਿਪਾਹੀ ਲੈ ਕੇ ਆ ਰਿਹਾ ਉਹਦੇ ਸਿਪਾਹੀ ਸਾਡੇ ਪੜ੍ਹੇ ਹੋਏ ਮੰਤਰਾਂ ਦੇ ਨਾਲ ਅੰਨੇ ਹੋ ਜਾਣੇ ਹੈ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ। ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਇਸ ਦਾ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਵੇਖੋ ਬਾਬਰ ਦੇ ਮੁਗਲ ਸਿਪਾਹੀ ਆਏ, ਏਮਨਾਬਾਦ ਦੇ ਉੱਤੇ ਉਹਨਾਂ ਹੱਲਾ ਬੋਲਿਆ। ਏਮਨਾਬਾਦ ਦੇ ਲੋਕ ਹੱਥ 'ਤੇ ਹੱਥ ਰੱਖ ਕੇ ਇਹ ਆਸ ਲੈ ਕੇ ਬੈਠੇ ਰਹੇ ਵੀ ਸਾਡੇ ਪੀਰਾਂ ਨੇ ਮੰਤਰ ਪੜ੍ਹਨੇ ਨੇ, ਸਿਪਾਹੀ ਅੰਨੇ ਹੋ ਜਾਣੇ। ਪਰ ਹਮਲਾ ਹੋਇਆ, ਕਿਸੇ ਮੰਤਰ ਦਾ ਕੋਈ ਅਸਰ ਨਹੀਂ ਹੋਇਆ। ਬਾਣੀ 'ਚ ਸਤਿਗੁਰੂ ਨੇ ਲਿਖਿਆ ਕੋਈ ਮੁਗਲ ਨਾ ਹੋਵਾ ਅੰਧਾ ਕਿਨੇ ਨਾ ਪਰਚਾ ਲਾਇਆ। ਕੋਈ ਮੁਗਲ ਅੰਨਾ ਨਹੀਂ ਹੋਇਆ। ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਤੇਗ ਦੀ ਗੱਲ ਕੀਤੀ। ਮੁਗਲਾਂ ਤੇ ਪਠਾਣਾਂ ਦੀ ਲੜਾਈ ਹੋਈ, ਤੇਗ ਚੱਲੀ। ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚੜਾਈ। ਸਾਹਿਬ ਜੀ ਕਹਿੰਦੇ ਵੇਖੋ ਉਹਨਾਂ ਨੇ ਤਾਂ ਤੋਪਾਂ ਤਿਆਰ ਕੀਤੀਆਂ ਸੀ ਬਾਬਰ ਦੇ ਸਿਪਾਹੀਆਂ ਨੇ, ਤੇ ਇਹਨਾਂ ਦੇ ਕੋਲ ਏਮਨਾਬਾਦ ਦੇ ਲੋਕ, ਇਹਨਾਂ ਦੇ ਕੋਲ ਸਿਰਫ ਉਹ ਖਿਡੌਣੇ ਸੀ। ਜਿਹੜੇ ਬੱਚੇ ਜਿਨ੍ਹਾਂ ਖਿਡੌਣਿਆਂ ਦੇ ਨਾਲ ਖੇਡਦੇ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਹੀ ਚਿੜ ਕਰ ਗਏ। ਪਰ ਉਹਨਾਂ ਨੇ ਤੋਪਾਂ ਚਲਾਈਆਂ, ਏਮਨਾਬਾਦ ਨੂੰ ਲੁੱਟਿਆ, ਇੱਥੋਂ ਦੇ ਲੋਕਾਂ ਨੂੰ ਕੁੱਟਿਆ ਮਾਰਿਆ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਕਹੇ ਵੀ ਜੇ ਹਮਲੇ ਤੋਂ ਪਹਿਲਾਂ ਏਮਨਾਬਾਦ ਦੇ ਲੋਕ ਆਪਣੇ ਬਚਾਵ ਦਾ ਕੋਈ ਪ੍ਰਬੰਧ ਕਰ ਲੈਂਦੇ ਤਾਂ ਇੱਥੋਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਗਲੀਆਂ ਦੇ ਵਿੱਚ ਕਦੇ ਨਾ ਰੁਲਦੀ। ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੈ ਸਜਾਏ। ਮਹਾਰਾਜ ਕਹਿੰਦੇ ਜੇ ਪਹਿਲੋਂ ਚੇਤੇ ਕੀਤਾ ਜਾਂਦਾ, ਤਿਆਰੀ ਕੀਤੀ ਜਾਂਦੀ ਵੀ ਬਾਬਰ ਆ ਰਿਹਾ ਹੈ, ਉਹਦਾ ਮੁਕਾਬਲਾ ਕਰਨਾ ਹੈ, ਤੇ ਅੱਜ ਏਮਨਾਬਾਦ ਦਾ ਇਹ ਹਾਲ ਨਾ ਹੁੰਦਾ। ਉੱਥੇ ਮੇਰੇ ਸਾਹਿਬ ਨੇ, ਗੁਰੂ ਨਾਨਕ ਸਾਹਿਬ ਜੀ ਨੇ ਜੋ ਜ਼ਿਕਰ ਕੀਤਾ, ਮਹਾਰਾਜ ਨੇ ਕਿਹਾ ਬਾਬਰ ਤੂੰ ਜਾਬਰ ਹੈ। ਔਰ ਇੱਥੋਂ ਤੱਕ ਬਾਬਰ ਦੇ ਮੁਗਲ ਸਿਪਾਹੀਆਂ ਨੂੰ ਮੇਰੇ ਹਜੂਰ ਨੇ ਜਮਦੂਤ ਕਿਹਾ। ਔਰ ਇਹ ਬਚਨ ਕਿਹਾ ਬਾਣੀ ਵਿੱਚ, ਐ ਬਾਬਰ ਤੇਰੇ ਜਮਦੂਤਾਂ ਨੇ ਰਤਨਾਂ ਵਰਗੇ ਸੋਹਣੇ ਸਰੀਰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੇ। ਤੇਰੇ ਸਿਪਾਹੀ ਕੁੱਤਿਆਂ ਨੇ
ਸਰੀਰਾਂ ਨੂੰ ਨੋਚ ਨੋਚ ਕੇ ਖਾਧਾ। ਮਹਾਰਾਜ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੈ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਬਚਨ ਅੱਗੇ ਆਉਂਦੇ ਹੈ, ਰਤਨ ਵਿਗਾੜ ਵਿਗੋਏ ਕੁੱਤੀ ਮਇਆ ਸਾਰ ਨਾ ਕਾਈ। ਬਾਬਰ ਤੇਰੇ ਕੁੱਤਿਆਂ ਨੇ, ਤੇਰੇ ਸਿਪਾਹੀਆਂ ਨੇ ਸੋਹਣੇ ਸਰੀਰ ਮਿੱਟੀ ਵਿੱਚ ਰੋਲ ਦਿੱਤੇ। ਉੱਥੇ ਹਜੂਰ ਨੇ ਇੱਕ ਕਾਰਨ ਵੀ ਦੱਸਿਆ। ਮਹਾਰਾਜ ਕਹਿੰਦੇ ਇਹ ਏਮਨਾਬਾਦ ਦੇ ਲੋਕਾਂ ਨੂੰ, ਇਹਨਾਂ ਦੇ ਕੋਲ ਪੈਸਾ ਬਹੁਤ ਸੀ, ਖੁੱਲ੍ਹਾ ਪੈਸਾ ਸੀ, ਜਵਾਨੀ ਸੀ, ਸੁਹੱਪਣ ਸੀ। ਇਹ ਖੁੱਲ੍ਹੇ ਪੈਸੇ ਜਵਾਨੀ ਦੇ ਸੁਹੱਪਣ ਵਿੱਚ ਪੈ ਕੇ ਹੰਕਾਰ ਕਰ ਬੈਠੇ, ਪਰਮਾਤਮਾ ਨੂੰ ਇਹਨਾਂ ਨੇ ਭੁਲਾ ਦਿੱਤਾ। ਬਾਣੀ ਦਾ ਬਚਨ ਹੈ, ਧਨ ਜੋਬਨ ਦੋਏ ਵੈਰੀ ਹੋਏ। ਇੱਕ ਧਨ ਅਤੇ ਜੋਬਨ, ਇਹਨਾਂ ਦੀ ਜਵਾਨੀ ਇਹਨਾਂ ਦੀ ਵੈਰਨ ਬਣ ਗਈ। ਉੱਥੇ ਸਾਰਾ ਸਤਿਗੁਰੂ ਨੇ ਬਾਣੀ 'ਚ ਜ਼ਿਕਰ ਕੀਤਾ ਹੈ। ਉਹਨਾਂ ਦਾ, ਉਹਨਾਂ ਇਸਤਰੀਆਂ ਦਾ ਵੀ ਜ਼ਿਕਰ ਕੀਤਾ। ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੈ ਧੂੜ। ਜਿਨ੍ਹਾਂ ਦੇ ਸਿਰ ਦੇ ਉੱਤੇ ਮੀਡੀਆਂ ਕੀਤੀਆਂ ਸੋਹੰਦੀਆਂ ਸਨ, ਮੰਗੀ ਪਾਏ ਸੰਧੂਰ, ਜਿਹੜੀਆਂ ਮਾਂਗ ਕੱਢ ਕੇ, ਚੀਰ ਕੱਢ ਕੇ ਸੰਧੂਰ ਪਾਉਂਦੀਆਂ ਸਨ। ਸੇ ਸਿਰ ਕਾਤੀ ਮੁੰਨੀਅਨ, ਕਾਤੀ ਕੈਂਚੀ ਦੇ ਨਾਲ ਉਹਨਾਂ ਦੇ ਸਿਰਾਂ ਨੂੰ ਬਾਬਰ ਦੇ ਮੁਗਲ ਸਿਪਾਹੀਆਂ ਨੇ ਮੁੰਨ ਦਿੱਤਾ। ਗਲ ਵਿੱਚ ਆਵੈ ਧੂੜ, ਧੂੜ ਪਈ ਉਹਨਾਂ ਦੇ ਗਲ ਦੇ ਵਿੱਚ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਜੇ ਤੁਸੀਂ ਏਮਨਾਬਾਦ ਦੇ ਲੋਕੋ ਪਹਿਲਾਂ ਕੋਈ ਚੇਤੇ ਪ੍ਰਬੰਧ ਕੀਤਾ ਹੁੰਦਾ, ਇਹਨੇ ਕੀਰਨੇ ਨਾ ਪੈਂਦੇ। ਸ਼ਸਤਰ ਦੀ ਗੱਲ ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਵੀ ਕੀਤੀ ਹੈ। ਸਮਾਂ ਆਇਆ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਖਡੂਰ ਸਾਹਿਬ ਦੀ ਧਰਤੀ 'ਤੇ ਟਿਕ ਕੇ ਸਤਿਗੁਰੂ ਜੀ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਹੈ। ਉਧਰ ਬਾਬਰ ਕਿਆਂ ਦੇ ਵਿੱਚੋਂ ਜਿਹੜਾ ਹੁਮਾਯੂੰ ਹੈ, ਕਨੌਜ ਦੇ ਮੈਦਾਨ ਦੇ ਵਿੱਚੋਂ ਸ਼ੇਰਸ਼ਾਹ ਸੂਰੀ ਦੇ ਪਾਸੋਂ ਹਾਰ ਕੇ ਆਇਆ ਹੈ। ਉਹਨੇ ਸੁਣਿਆ ਗੁਰੂ ਨਾਨਕ ਸਾਹਿਬ ਦੇ ਵਾਰਿਸ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਟਿਕੇ ਹਨ। ਜਦੋਂ ਇੱਥੇ ਖਡੂਰ ਸਾਹਿਬ ਆਇਆ, ਮਹਾਰਾਜ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਰਹੇ ਸਨ। ਹੁਮਾਯੂੰ ਕੋਲ ਆ ਕੇ ਖਲੋਤਾ ਹੈ, ਨਾਲ ਕੁਝ ਕੁ ਸਿਪਾਹੀ ਨੇ। ਮਹਾਰਾਜ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਬੰਦੇ ਦੇ ਅੰਦਰ ਜਿਹੜਾ ਹੰਕਾਰ ਹੈ ਉਹਨੂੰ ਟਿਕਣ ਨਹੀਂ ਦਿੰਦਾ। ਭਾਵੇਂ ਕਨੌਜ ਦੇ ਮੈਦਾਨ 'ਚੋਂ ਹਾਰ ਕੇ ਆਇਆ ਸ਼ੇਰਸ਼ਾਹ ਸੂਰੀ ਤੋਂ, ਪਰ ਮਨ ਵਿੱਚ ਸੋਚਦਾ, ਇਹਨਾਂ ਨੇ ਫਕੀਰਾਂ ਨੇ ਮੇਰਾ ਸਤਿਕਾਰ ਨਹੀਂ ਕੀਤਾ ਉੱਠ ਕੇ। ਮੈਂ ਇੱਕ ਸ਼ਹਿਨਸ਼ਾਹ ਹਾਂ, ਪਾਤਸ਼ਾਹ ਹਾਂ। ਗੁੱਸੇ ਵਿੱਚ ਹੱਥ ਆਪਣਾ ਤਲਵਾਰ ਦੇ ਮੁੱਠੇ 'ਤੇ ਲੈ ਕੇ ਗਿਆ ਵੀ ਖਿੱਚਾਂ ਤਲਵਾਰ ਮਿਆਨ 'ਚੋਂ ਬਾਹਰ ਅਤੇ ਇਹਨਾਂ ਦਾ ਸਿਰ ਧੜ ਤੋਂ ਵੱਖਰਾ ਕਰਦਿਆਂ। ਜਦੋਂ ਤਲਵਾਰ ਦੇ ਮੁੱਠੇ 'ਤੇ ਹੱਥ ਪਾਇਆ, ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਇਹਦੇ ਵੱਲ ਤੱਕਿਆ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤਾਂ ਇੱਥੋਂ ਤੱਕ ਲਿਖਿਆ ਵੀ ਇਹਦਾ ਹੱਥ ਹੀ ਤਲਵਾਰ ਦੇ ਮੁੱਠੇ ਨਾਲ ਜੁੜ ਗਿਆ। ਮਹਾਰਾਜ ਨੇ ਕਿਹਾ, ਐ ਹੁਮਾਯੂੰ, ਜਿਸ ਤਲਵਾਰ ਦਾ ਜ਼ੋਰ ਇੱਥੇ ਦਿਖਾਉਣਾ ਹੈ, ਇਹ ਕੱਲ੍ਹ ਕਨੌਜ ਦੇ ਮੈਦਾਨ ਵਿੱਚ ਸ਼ੇਰਸ਼ਾਹ ਸੂਰੀ ਦੇ ਸਾਹਮਣੇ ਤੇਰੀ ਤਲਵਾਰ ਖੁੰਡੀ ਕਿਉਂ ਹੋ ਗਈ ਸੀ? ਅੱਜ ਫਕੀਰਾਂ ਦੇ ਉੱਤੇ ਤਲਵਾਰ ਚੁੱਕਦਾ ਹੈ। ਜਿੱਥੇ ਵੇਲਾ ਸੀ ਇਸ ਤਲਵਾਰ ਦਾ ਜ਼ੋਰ ਦਿਖਾਉਣ ਦਾ, ਉੱਥੋਂ ਤੂੰ ਨੱਸ ਆਇਆ। ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ ਇਸਨੇ, ਚਲਿਆ ਗਿਆ ਕਾਬਲ ਕੰਧਾਰ ਨੂੰ ਪਰਾਂ ਨੂੰ। ਫਿਰ ਦੁਬਾਰਾ ਇਸ ਨੂੰ ਰਾਜ ਮਿਲਿਆ ਸੀ। ਰਹੋ ਵਿਚਾਰ, ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਜੇ ਸ਼ਸਤਰ ਦਿੱਤੇ ਹੈ, ਉਹਦੇ ਨਾਲ ਸ਼ਾਸਤਰ ਬਖਸ਼ਿਆ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਾਬੇ ਕਿਆਂ ਅਤੇ ਬਾਬਰ ਕਿਆਂ ਦੀ ਇਹ ਟੱਕਰ ਚੱਲਦੀ ਰਹੀ ਹੈ। ਕਲਗੀਧਰ ਜੀ ਦੇ ਬਚਨ ਹਨ, ਬਾਬੇ ਕੇ ਬਾਬਰ ਕੇ ਦੋਊ, ਆਪ ਕਰੇ ਪਰਮੇਸ਼ਰ ਸੋਊ। ਫਿਰ ਅਸੀਂ ਵੇਖਦੇ ਹਾਂ ਅਕਬਰ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਆ ਪਾਉਂਦਾ ਹੈ। ਇਹ ਸਮਾਂ ਅੱਗੇ ਚੱਲਦਾ ਰਿਹਾ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਗੁਰਗੱਦੀ 'ਤੇ ਸੁਭਾਇਮਾਨ ਹੋਏ। ਉਧਰ ਜਹਾਂਗੀਰ ਹੈ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ
ਬਾਬੇ ਕਿਆਂ ਦੇ ਵਿੱਚੋਂ ਸ਼ਹੀਦ ਹੋ ਜਾਂਦੇ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਗੱਦੀ 'ਤੇ ਸੁਸ਼ੋਭਿਤ ਹੋ ਕੇ ਤਖਤ ਰਚਦੇ ਹੈ। ਧਰਤੀ ਤੋਂ 7 ਫੁੱਟ ਉੱਚਾ ਤਖਤ ਰਚ ਕੇ ਆਪ ਤਖਤ 'ਤੇ ਸੁਭਾਏਮਾਨ ਹੁੰਦੇ ਹੈ। ਮੀਰੀ ਤੇ ਪੀਰੀ ਦੀਆਂ 2 ਸ੍ਰੀ ਸਾਹਿਬਾਂ ਸਤਿਗੁਰੂ ਜੀ ਪਹਿਨਦੇ ਹੈ। ਮੀਰੀ ਬਾਦਸ਼ਾਹਤ ਹੈ, ਪਾਤਸ਼ਾਹਤ ਹੈ, ਤੇ ਪੀਰੀ ਫਕੀਰੀ ਹੈ। ਗੁਰੂ ਸਾਹਿਬ ਜੀ ਨੇ ਢਾਡੀਆਂ ਨੂੰ ਸਟੇਜ 'ਤੇ ਲਿਆਂਦਾ, ਜਿਨ੍ਹਾਂ ਨੇ ਢਾਡੀ ਵਾਰਾਂ ਗਾਈਆਂ। ਭਾਈ ਨੱਥਾ ਤੇ ਭਾਈ ਅਬਦੁੱਲਾ ਸੁਰ ਸਿੰਘ ਤੋਂ ਮਹਾਰਾਜ ਨੇ ਆਪ ਉਚੇਚੇ ਤੌਰ 'ਤੇ ਸੱਦਿਆ। ਅਕਾਲ ਤਖਤ ਦੇ ਸਾਹਮਣੇ ਇਹ ਢਾਡੀ ਵਾਰਾਂ ਗਾਉਂਦੇ ਸਨ। ਸਿੱਖਾਂ ਵਿੱਚ ਜੋਸ਼ ਭਰਦੇ ਸੀ। ਹੁਕਮਨਾਮੇ ਜਾਰੀ ਕੀਤੇ, ਵਧੀਆ ਸ਼ਸਤਰ, ਵਧੀਆ ਘੋੜੇ ਤੇ ਵਧੀਆ ਜਵਾਨੀਆਂ ਗੁਰੂ ਨੂੰ ਭੇਟ ਕਰੋ, ਕਿਉਂਕਿ ਹੁਣ ਜ਼ੁਲਮ ਕਰਨ ਵਾਲਾ ਜਿਹੜਾ ਜ਼ਾਲਮ ਹੈ ਉਹ ਸ਼ਬਦਾਂ ਦੇ ਨਾਲ ਨਹੀਂ, ਸ਼ਸਤਰਾਂ ਦੇ ਨਾਲ ਹੀ ਮੰਨੇਗਾ। 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟਗੜ੍ਹ, ਦਰਵਾਜ਼ਾ ਬਲਖ ਬਖੀਰ ਦੀ। ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਦੀ। ਪੱਗ ਤੇਰੀ ਕੀ ਜਹਾਂਗੀਰ ਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪੱਗ ਦੀ ਤਾਰੀਫ ਕੀਤੀ ਢਾਡੀਆਂ ਨੇ। ਮਹਾਰਾਜ, ਪੱਗ ਤਾਂ ਤੁਹਾਡੀ ਹੈ, ਜਹਾਂਗੀਰ ਦੀ ਪੱਗ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 4 ਜੰਗਾਂ ਲੜੀਆਂ। 4 ਜੰਗਾਂ ਦੇ ਵਿੱਚ ਮੇਰੇ ਸਤਿਗੁਰੂ ਨੇ ਜਿੱਤ ਪ੍ਰਾਪਤ ਕੀਤੀ। ਜੰਗਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਮੀਰੀ ਦੀ ਤਲਵਾਰ ਵਰਤਦੇ ਰਹੇ। ਕਦੇ ਸਤਿਗੁਰੂ ਨੇ ਪੀਰੀ ਦੀ ਤਲਵਾਰ ਜੰਗ ਦੇ ਮੈਦਾਨ ਵਿੱਚ ਨਹੀਂ ਵਰਤੀ। ਵੇਖੋ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਹੋਈ, ਢਾਡੀ ਸਟੇਜ 'ਤੇ ਆਏ, ਢਾਡੀਆਂ ਨੇ ਵਾਰਾਂ ਗਾਈਆਂ, ਗੁਰੂ ਦਾ ਜਸ ਗਾਇਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ, ਫਿਰ ਕਵੀ ਸਟੇਜ 'ਤੇ ਆਉਂਦੇ ਹੈ। ਕਲਗੀਧਰ ਜੀ ਦੇ ਦਰਬਾਰ ਵਿੱਚ ਪ੍ਰਸਿੱਧ 52 ਕਵੀ ਕਵਿਤਾਵਾਂ ਰਚਦੇ, ਗੁਰੂ ਦਾ ਜਸ ਕਰਦੇ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੋਤਰੇ ਨੂੰ ਗੁਰਗੱਦੀ ਦੀ ਦਾਤ ਬਖਸ਼ੀ। 2200 ਘੋੜ ਸਵਾਰ ਦਿੱਤੇ, ਹੁਕਮ ਕੀਤਾ, ਜਿਹੜੇ ਹਰ ਵੇਲੇ ਸ਼ਸਤਰਾਂ ਦੇ ਨਾਲ ਤਿਆਰ ਬਰ ਤਿਆਰ 2200 ਘੋੜ ਸਵਾਰ ਗੁਰੂ ਹਰਰਾਏ ਸਾਹਿਬ ਦੇ ਨਾਲ ਰਹਿੰਦੇ ਸਨ। ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰਗੱਦੀ 'ਤੇ ਸੁਭਾਏਮਾਨ ਹੋਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਿੱਲੀ ਚਾਂਦਨੀ ਚੌਂਕ ਸ਼ਹੀਦ ਹੋ ਗਏ। ਸਮਾਂ ਆਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਗੁਰਗੱਦੀ 'ਤੇ ਆਪ ਸੁਭਾਏਮਾਨ ਹੋਏ। ਸਤਿਗੁਰੂ ਪਾਤਸ਼ਾਹ ਜੀ ਨੇ ਪੰਥ ਖਾਲਸੇ ਦੀ ਸਿਰਜਣਾ ਕੀਤੀ। ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਵਿੱਚ 14 ਜੰਗਾਂ ਲੜੀਆਂ। ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੇ 5 ਕਿਲ੍ਹਿਆਂ ਦੇ ਵਿੱਚੋਂ ਕਿਲ੍ਹਾ ਹੋਲਗੜ੍ਹ ਵਾਲੇ ਅਸਥਾਨ ਤੋਂ ਚੇਤਵਦੀ 1 ਬਿਕਰਮੀ ਸੰਮਤ 1757 ਨੂੰ ਮਹਾਰਾਜ ਨੇ ਹੋਲਾ ਮਹੱਲਾ ਕੱਢਣ ਦੀ ਮਰਿਆਦਾ ਕਾਇਮ ਕੀਤੀ। ਸਤਿਗੁਰੂ ਨੇ ਕਿਹਾ, ਖਾਲਸਾ ਇਸ ਦਿਨ ਮਹੱਲਾ ਕੱਢਿਆ ਕਰੇਗਾ। ਹੋਲਾ ਮਹੱਲਾ ਦਾ ਸ਼ਾਬਦਿਕ ਅਰਥ ਜੋ ਕੀਤਾ ਵਿਦਵਾਨਾਂ ਨੇ, ਹੱਲਾ ਤੇ ਹੱਲਾ ਕਰਨ ਦੀ ਥਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਦਿਨ 2 ਦਲ ਬਣਾ ਦਿੰਦੇ ਸਨ ਸਿੰਘਾਂ ਦੇ। ਇੱਕ ਖਾਸ ਮੁਕਾਮ ਥਾਂ ਦਿੱਤਾ ਜਾਂਦਾ ਸੀ ਕਿ ਇਸ ਥਾਂ 'ਤੇ ਕਬਜ਼ਾ ਕਰਨਾ ਹੈ। ਦੋਵੇਂ ਦਲ ਪੂਰਾ ਜ਼ੋਰ ਤਾਣ ਲਾਉਂਦੇ ਸੀ ਉਸ ਥਾਂ ਦੇ ਉੱਤੇ ਕਾਬਜ ਹੋਣ ਲਈ। ਜਿਹੜਾ ਜਿੱਤ ਪ੍ਰਾਪਤ ਕਰਦਾ ਸੀ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਭਰੇ ਦੀਵਾਨ ਦੇ ਵਿੱਚ ਸਨਮਾਨਿਤ ਕਰਿਆ ਕਰਦੇ ਸਨ। ਦੂਜਿਆਂ ਦੀ ਵੀ ਹੌਸਲਾ ਅਫਜ਼ਾਈ ਮੇਰੇ ਸਤਿਗੁਰੂ ਕਰਦੇ ਸਨ। ਤੋ ਇਹ ਇੱਕ ਜੰਗ ਦਾ ਅਭਿਆਸ ਮੇਰੇ ਸਤਿਗੁਰੂ ਜੀ ਕਰਵਾਉਂਦੇ ਸੀ, ਕਿਉਂਕਿ ਜਦੋਂ ਜ਼ੁਲਮ ਕਰਨ ਵਾਲਾ ਉਹ ਤਾਕਤ ਦੇ ਨਾਲ ਪ੍ਰਜਾ ਨੂੰ ਕੁਚਲਣ ਦਾ ਇਰਾਦਾ ਬਣਾ ਲਵੇ ਤਾਂ ਫਿਰ ਮਹਾਰਾਜ ਕਹਿੰਦੇ ਸ਼ਸਤਰ ਦੇ ਨਾਲ ਹੀ ਉਹਦਾ ਮੂੰਹ ਮੋੜਿਆ ਜਾ ਸਕਦਾ ਹੈ। ਇੱਥੋਂ ਤੱਕ ਕਿ
ਹੋਲਾ ਮਹੱਲਾ ਦੀ ਇਹ ਮਰਿਆਦਾ ਕਾਇਮ ਹੋਣ ਤੋਂ ਪਹਿਲਾਂ ਵੀ ਸਤਿਗੁਰੂ ਕਲਗੀਧਰ ਜੀ ਨੇ ਜੰਗ ਲੜੇ ਹੈ। ਪੰਗਾਣੀ ਦਾ ਜੰਗ ਸਤਿਗੁਰੂ ਨੇ ਆਪਣੇ ਜੀਵਨ ਕਾਲ ਦਾ ਪਹਿਲਾ ਜੰਗ ਲੜਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ। ਇਸ ਜੰਗ ਵਿੱਚ ਮਹਾਰਾਜ ਦੀ ਭੂਆ ਦੇ 2 ਪੁੱਤਰ ਸ਼ਹੀਦ ਹੋ ਗਏ। ਪੀਰ ਬੁੱਧੂ ਸ਼ਾਹ ਦੇ 2 ਪੁੱਤਰ ਉਹਦੇ ਸ਼ਹੀਦ ਹੋਏ ਇਸ ਜੰਗ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨੀ ਕਿਰਪਾ ਕੀਤੀ। ਜਿਹੜੇ ਪਠਾਨ ਭਰਤੀ ਕਰਾਏ ਸੀ ਉਹ ਦੌੜ ਗਏ। ਕਾਲੇ ਖਾਨ ਨੂੰ ਵੀ ਸਤਿਗੁਰੂ ਨੇ ਕਿਹਾ ਤੂੰ ਵੀ ਚਲਿਆ ਜਾ। 589 ਸਾਧੂ ਸੀ, 499 ਭੱਜ ਗਏ। ਕਿਰਪਾਲ ਚੰਦ ਰਹਿ ਗਿਆ, ਉਹਨੇ ਵੀ ਜੰਗ ਦੇ ਵਿੱਚ ਜੌਹਰ ਵਿਖਾਏ। ਇਹ ਤਾਂ ਸਤਿਗੁਰੂ ਨੇ ਐਸੀ ਜੁਰਤ ਭਰ ਦਿੱਤੀ ਵੀ ਕਾਇਰ ਵੀ ਬਹਾਦਰ ਬਣ ਕੇ ਉਹਨਾਂ ਨੇ ਵੱਡੇ ਵੱਡੇ ਥੰਮਾਂ ਦੇ ਮੂੰਹ ਮੋੜ ਦਿੱਤੇ, ਜਿਹੜੇ ਜੰਗ ਦੇ ਮੈਦਾਨ ਦੇ ਥੰਮ ਕਹਾਉਂਦੇ ਸੀ। ਕਿਰਪਾਲ ਚੰਦ ਦਾ ਸਤਿਗੁਰੂ ਨੇ ਕਿਰਪਾਲ ਦਾਸ ਉਦਾਸੀ ਦਾ ਆਪ ਜ਼ਿਕਰ ਕੀਤਾ ਹੈ, ਕਿਉਂਕਿ ਕਿਰਪਾਲ ਚੰਦ ਤਾਂ ਹਜੂਰ ਦੇ ਮਾਮਾ ਜੀ ਸਨ। ਕਿਰਪਾਲ ਦਾਸ ਉਦਾਸੀ। ਕਿਰਪਾਲ ਕੋਪੀਅੰ ਕੁਤ ਕੋ ਸੰਭਾਰੀ, ਹਠੀ ਖਾਨ ਹਯਾਤ ਕੇ ਸੀਸ ਝਾਰੀ। ਕਿਰਪਾਲ ਦਾਸ ਉਦਾਸੀ ਮਹਾਤਮਾ ਗੁੱਸੇ ਵਿੱਚ ਆਇਆ। ਉਹਨੇ ਇੱਕ ਕੁਤਕਾ ਆਪਣੇ ਹੱਥਾਂ ਵਿੱਚ ਲਿਆ, ਜਿਹੜਾ ਨਿਹੰਗਾਂ ਸਿੰਘਾਂ ਕੋਲ ਵੱਡਾ ਮੋਟਾ ਡੰਡਾ ਹੁੰਦਾ। ਹਯਾਤ ਖਾਂ ਸਾਹਮਣੇ ਆਇਆ, ਇਹ ਭੱਜ ਗਿਆ ਸੀ। ਤੇ ਕਿਰਪਾਲ ਦਾਸ ਕਹਿਣ ਲੱਗਾ ਉਹ ਤੂੰ ਗੁਰੂ ਘਰ ਦਾ ਨਮਕ ਖਾ ਕੇ ਹਰਾਮ ਕੀਤਾ ਆ। ਉਹ ਅੱਗੋਂ ਹੱਸਦਾ ਕਹਿੰਦਾ ਜਾਓ ਕੜਾ ਪ੍ਰਸ਼ਾਦ ਛਕੋ ਜਾ ਕੇ। ਕਿਰਪਾਲ ਦਾਸ ਜੰਗ ਦਾ ਮੈਦਾਨ ਤੁਹਾਡੇ ਵੱਸ ਦੀ ਗੱਲ ਨਹੀਂ। ਉਹਨੇ ਕਿਹਾ ਤੂੰ ਨੇੜੇ ਤੇ ਆ। ਜਿਵੇਂ ਹੀ ਨੇੜੇ ਆਇਆ ਮਹੰਤ ਕਿਰਪਾਲ ਦਾਸ ਨੇ ਉਹ ਕੁਤਕਾ ਸਿਰ ਵਿੱਚ ਮਾਰਿਆ। ਹਯਾਤ ਖਾਂ ਦਾ ਸਿਰ ਫੁੱਟ ਗਿਆ। ਕਲਗੀਧਰ ਜੀ ਨੇ ਬਾਣੀ 'ਚ ਉਹਦੀ ਉਪਮਾ ਕੀਤੀ, ਕਹਿੰਦੇ ਜਿਵੇਂ ਕਦੇ ਕ੍ਰਿਸ਼ਨ ਮੱਖਣ ਵਾਲੀ ਮਟਕੀ ਫੋੜਦਾ ਸੀ, ਇਸ ਤਰ੍ਹਾਂ ਕਿਰਪਾਲ ਦਾਸ ਉਦਾਸੀ ਮਹਾਤਮਾ ਨੇ ਹਯਾਤ ਖਾਂ ਦਾ ਸਿਰ ਭੰਨ ਦਿੱਤਾ। ਲਾਲ ਚੰਦ ਹਲਵਾਈ ਸਤਿਗੁਰੂ ਤੋਂ ਥਾਪੜਾ ਲੈ ਕੇ ਜਾਂਦੇ ਹੈ, ਜੰਗ ਦੇ ਮੈਦਾਨ ਵਿੱਚ ਜੌਹਰ ਵਿਖਾਉਂਦੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਮਤ ਕੀਤੀ। ਜਿਹੜੇ ਲੋਕ ਸਦੀਆਂ ਤੋਂ ਦੱਬੇ ਕੁਚਲੇ ਚੱਲੇ ਆ ਰਹੇ ਸਨ, ਮਹਾਰਾਜ ਨੇ ਐਸੀ ਜੁਰਤ ਭਰ ਦਿੱਤੀ ਵੀ ਵੱਡੇ ਵੱਡੇ ਖੱਬੀ ਖਾਨਾਂ ਦੇ ਵੀ ਉਹਨਾਂ ਨੇ ਮੂੰਹ ਮੋੜ ਦਿੱਤੇ। ਸਤਿਗੁਰੂ ਦੇ ਬਚਨ, ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ, ਵੀ ਮੈਂ ਇਹਨਾਂ ਨੂੰ ਪਾਤਸ਼ਾਹੀਆਂ ਦੇਣੀਆਂ ਨੇ। ਤੋ ਹੋਲੇ ਮਹੱਲੇ ਦੀ ਮਰਿਆਦਾ ਤੋਂ ਪਹਿਲਾਂ ਵੀ ਮੇਰੇ ਸਤਿਗੁਰੂ ਨੇ ਜੰਗ ਲੜੇ ਹੈ, ਪਰ ਇਹ ਖਾਸ ਕਰਕੇ ਮਰਿਆਦਾ ਤਾਂ ਸਤਿਗੁਰੂ ਨੇ ਕਾਇਮ ਕੀਤੀ ਵੀ ਪੰਥ ਖਾਲਸਾ ਇਸ ਮਰਿਆਦਾ ਨੂੰ ਕਦੇ ਵੀ ਭੁੱਲੇ ਨਾ। ਹਰ ਸਾਲ ਪੰਥ ਖਾਲਸਾ ਹੋਲਾ ਮਹੱਲਾ ਮਨਾਉਂਦਾ ਹੈ, ਮਹੱਲੇ ਕੱਢੇ ਜਾਂਦੇ ਹੈ, ਦੀਵਾਨ ਸਜਦੇ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਆਪੋਂ ਸਾਡੀ ਭਾਵਨਾ ਹੈ ਆਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਵਿੱਚ ਆਪ ਪੰਥ ਖਾਲਸੇ ਵਿੱਚ ਸਤਿਗੁਰੂ ਹਾਜ਼ਰ ਹੁੰਦੇ ਹੈ, ਵਿੱਚ ਵਰਤਦੇ ਹੈ। ਜਦੋਂ ਆਨੰਦਪੁਰ ਛੱਡਣ ਲੱਗੇ ਨਾ ਕਲਗੀਧਰ ਪਾਤਸ਼ਾਹ ਮਹਾਰਾਜ, ਸਾਹਿਬਜ਼ਾਦੇ ਮੁੜ ਮੁੜ ਪਿੱਛੇ ਦੇਖਦੇ ਹੈ। ਮੇਰੇ ਹਜੂਰ ਨੇ ਬਚਨ ਕਿਹਾ ਸੀ, ਮਹਾਰਾਜ ਕਹਿੰਦੇ ਹੋਲੇ ਮਹੱਲੇ 'ਤੇ ਆਇਆ ਕਰਾਂਗੇ, ਇੱਥੇ ਪੰਥ ਖਾਲਸੇ ਦੇ ਨਾਲ ਮਿਲ ਕੇ ਹੋਲਾ ਮਹੱਲਾ ਮਨਾਇਆ ਕਰਾਂਗੇ। ਅੱਜ ਵੀ ਬਾਜਾਂ ਵਾਲਾ ਸਤਿਗੁਰੂ ਪੰਥ ਖਾਲਸੇ ਦੇ ਵਿੱਚ ਵਰਤਦਾ ਹੈ। ਕਵੀ ਨਿਹਾਲ ਸਿੰਘ ਹੋਏ ਹੈ ਲਾਹੌਰੀ, ਉਹਨਾਂ ਨੇ ਇੱਕ ਕਵਿਤ ਲਿਖਿਆ ਹੈ। ਕਹਿੰਦੇ ਮੇਰੇ ਸਤਿਗੁਰੂ ਜੀ ਦੇ ਤਾਂ ਚੋਜ ਹੀ ਬੜੇ ਨਿਰਾਲੇ ਨੇ। ਔਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ, ਔਰਨ ਕੀ ਬੋਲੀ ਦੀਨ ਬੰਦ ਕੋ ਸੋ ਬੋਲਾ ਹੈ। ਹੋਰ ਆਰਤੀ ਕਰਦੇ ਨੇ, ਖਾਲਸਾ ਆਰਤਾ ਕਰਦਾ ਹੈ। ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਹੈ। ਲੋਕਾਂ ਦੀਆਂ ਮਾਤਾ ਦੀਆਂ ਝੰਡੀਆਂ ਹੁੰਦੀਆਂ ਨੇ, ਖਾਲਸੇ ਦਾ ਝੰਡਾ ਨਿਸ਼ਾਨ ਸਾਹਿਬ ਹੁੰਦਾ ਹੈ। ਲੋਕ ਬਾਲਾਂ ਦੇ ਸਰੀਰ 'ਤੇ ਛੋਟੀਆਂ ਛੋਟੀਆਂ ਚੋਲੀਆਂ ਪਾਉਂਦੇ ਹੈ, ਪਰ ਸਤਿਗੁਰੂ ਦਾ ਪੰਥ ਖਾਲਸੇ ਦਾ ਚੋਲਾ ਹੁੰਦਾ ਹੈ। ਔਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ, औरन की बोली दीन बंद को सो बोला है। अम्ब का कड़ाही महाराज को कड़ा सुदा, चोली तो बखाने बार स्वामी जी को चोला है। झंडी और सवारी मात, झंडा जो तुम्हारा नाथ,
झोली सो तमाम की सो खालसे को झोला है। देवी देव सिद्धन की लोक में प्रसिद्ध होली। श्री गुरु गोबिंद सिंह जी को आज होला है। उन्हां दी होली है ते पंथ खालसे दा कलगियां वाले दा बख्शिया होला है। सतगुरु गुरु गोबिंद सिंह महाराज जी ने ये मर्यादा कायम की। महाराज ने शास्त्र शस्त्र की दात बख्शी। अज पंथ खालसा शस्त्र वाले पासियों अवेसला हुंदा जा रहा है। कितना प्यार किया मेरे सतगुरु ने शस्त्र नूं। इत्थों तक पीर कहा अस किरपान खंडो खड़ग तुपक तबर अर तीर। सैफ सरोही सह थी यह हमारे पीर। महाराज ने कहा ये साडे पीर ने। गुरु ग्रंथ साहिब महाराज जी की बाणी और दसम ग्रंथ की बाणी जदों असीं पढ़ते हैं कदे सुमेल करिया करो। कैसे सूरमे मेरे सतगुरु ने तैयार किए है। जदों कलगीधर पातशाह दे असीं बचन पढ़ते हैं जफरनामे दे चूकार अज हमा हील ते दर गुजस्त हलाल अस बुरदन बा शमशीरे दस्त। जदों जुल्म की इंतहा हो जाए, जदों सारे हीलियां वसीलियां तो कम लंघ जाए, पानी सिर दे उत्तों दी हो जाए, उदों फिर मनुख दा ये धर्म है भी वो शस्त्र हाथ विच फड़ के जुल्म का मुकाबला करे। ये मेरे सतगुरु का उपदेश है। और किन्नी सिफत करते हैं। खग खंड बेहंडंग खलदल खंडंग आतरण मंडंग बरबंडंग भुजदंड अखंडंग तेज प्रचंडंग जोत अमंडंग भान प्रभंग सुख संता करणंग दुर्मत दरणंग किल बिख हरणंग आस सरणंग जय जय जग कारण सृष्ट उबारण मम प्रतिपारण जय तेगंग। तेग दी जय जयकार की मेरे सतगुरु ने। कास लई सुख संता करणंग रब दे प्यारिਆਂ ਨੂੰ सुख पैदा करन लई। दुरमत दरणंग ये भैड़ी मत नूं दरण वाली है। किल बिख हरणंग पापां नूं नाश करना। अस सरणंग साहब जी कहंदे अस कहंदे तेग तलवार दी शरण विच आ। और महाराज ने तां ये शब्द भी वरते है अस तोज अस केत। परमात्मा भी शस्त्रधारी है। सारंग पाण जिहदे हत्थां दे विच सारंग धनुष है। परमात्मा भी शस्त्रधारी है। मेरे कलगियां वाले सतगुरु ने सिखां नूं शस्त्रधारी होण दा हुक्म कीता है। जब हमरे दर्शन को आवो बन सुचेत तन शस्त्र सजावो। कमर कसा कर देहो दिखाई हमरी खुशी होए अदकाई। महाराज तां कहंदे जदों साडे दर्शन करन आउणा शस्त्र सजा के आओ कमर कसा करो। ये अपने विच ढिलियाइयां आ गईयां ने। धन गुरु गोबिंद सिंह साहिब महाराज जी ने वड्डी रहमत कीती है। चेत वदी एक बिक्रमी संमत 1757 नूं हुक्मनामे जारी करके मेरे हजूर ने होला महला मनाउण दी मर्यादा पंथ खालसे नूं बख्शी है। आप सरबत संगतां नूं होले महल्ले दियां लख लख वधाइयां होवन। गुरु के सिद्धांत दे उत्ते असीं पहरा दईए। गुरु घर दे विच देखो गुरु ग्रंथ साहिब जी का प्रकाश तखत दे उत्ते पीड़ा साहिब दे उत्ते मंजी साहिब असीं शब्द वरते हैं। महाराज का प्रकाश हुंदा है। चौर है छत्र है इत्थे चंदोआ साहिब है इत्थे नगारा है। इन्हां दे कुछ भाव ने सिद्धांत है। इत्थे शहनशाही है पातशाही है। मेरे सतगुरु दे कोल सच्चा पातशाह है गुरु। सतगुरु मेहरामत करन गुरु की शरण विच पै के जो सतगुरु ने मर्यादा दिती है उहदे मुताबक असीं अपना जीवन जीवीए। विचारां करदिआं बेअंत भुल्लां हो गईयां होणगीआं। धन गुरु ग्रंथ साहिब जी महाराज गुरु संगत ने भुल्लां दी मुआफ़ी बख्शणी जी। गुरफतेह बुलाओ आखो जी वाहिगुरु जी का खालसा वाहिगुरु जी की फतेह।